हाँ जी दोस्तों, स्वागत है थोड़े सब ਦਾ ही रेस ਅਕੈਡਮੀ ਦੇ ਅਫੀਸ਼ੀਅਲ YouTube ਚੈਨਲ 'ਤੇ ਜੀ। ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ 24 ਦਸੰਬਰ ਬਾਰੇ। 24 ਦਸੰਬਰ ਯਾਨੀ ਕਿ ਅੱਜ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਨੇਗੀਆਂ ਸਾਰੀਆਂ ਆਪਾਂ ਇਸ ਕਲਾਸ ਵਿੱਚ ਬਿਲਕੁਲ ਪੰਜਾਬੀ ਦੇ ਵਿੱਚ ਡਿਸਕਸ਼ਨ ਕਰਾਂਗੇ, ਜਿਹੜੇ ਕਿ ਤੁਹਾਡੇ ਆਉਣ ਵਾਲੇ ਹਰ ਇੱਕ ਗੌਰਮੈਂਟ ਐਗਜ਼ਾਮ ਲਈ ਬਹੁਤ ਜ਼ਿਆਦਾ ਜਿਹੜੀ ਹੈਲਪਫੁਲ ਜਿਹੜੀਆਂ ਇਹ ਹੋਣਗੀਆਂ। ਸੋ ਹਾਂਜੀ, ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਪਾਂ ਅੱਜ ਦੀ ਕਲਾਸ। ਸਭ ਤੋਂ ਪਹਿਲਾਂ ਡੇਲੀ ਵਾਂਗ ਗੱਲ ਕਰਾਂਗੇ ਅੱਜ ਦੇ ਡੇ ਬਾਰੇ। ਸੋ 24 ਦਸੰਬਰ ਨੂੰ ਹੁੰਦਾ ਹਰ ਸਾਲ ਨੈਸ਼ਨਲ ਕੰਜ਼ਿਊਮਰ ਰਾਈਟ ਡੇ। ਦੇਖੋ ਅਗਰ ਆਪਾਂ ਇਹ ਡੇ ਦੀ ਗੱਲ ਕਰੀਏ ਨਾ, ਸਾਲ 1986 ਤੋਂ ਇਹਦੀ ਕੀ ਹੈ ਸ਼ੁਰੂਆਤ ਹੋਈ ਸੀਗੀ ਇਸ ਡੇ ਦੀ। ਸਾਲ 1986 ਤੋਂ ਸਾਲ 1986 ਦੇ ਵਿੱਚ ਆਪਣੀ ਸਰਕਾਰ ਦੇ ਦੁਆਰਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਲਿਆਂਦਾ ਗਿਆ ਸੀਗਾ, ਜਿਹਦੇ ਵਿੱਚ ਕੀ ਹੁੰਦਾ ਨਾ, ਦੇਖੋ ਕੋਈ ਵੀ ਆਪਾਂ ਕੰਜ਼ਿਊਮਰ ਇੱਕ ਤਰੀਕੇ ਨਾਲ ਆਪਾਂ ਕੋਈ ਵੀ ਜਿਵੇਂ ਚੀਜ਼ ਵਰਤਦੇ ਹਾਂ, ਕੋਈ ਵੀ ਦੁਕਾਨ ਤੋਂ ਲੈ ਕੇ ਆਉਂਦੇ ਹਾਂ, ਕੋਈ ਮੰਨ ਲਓ ਕੋਈ ਸ਼ੈਂਪੂ ਲੈ ਕੇ ਆਉਂਦੇ ਹਾਂ, ਠੀਕ ਹੈ ਨਾ, ਤਾਂ ਆਪਣਾ ਪੂਰਾ ਹੱਕ ਹੁੰਦਾ ਗਾ ਉਸ 'ਤੇ ਉਹ ਚੀਜ਼ ਬਾਰੇ ਜਾਂਚ ਪੜਤਾਲ ਕਰਨ ਦਾ ਵੀ ਹਾਂ ਵੀ ਇਹਦੇ ਵਿੱਚ ਕੀ ਚੀਜ਼ ਪਾ ਰਹੇ, ਕਦੋਂ ਐਕਸਪਾਇਰੀ ਡੇਟ ਆ, ਸਾਰਾ ਕੁਝ ਮਤਲਬ ਇੱਕ ਕੰਜ਼ਿਊਮਰ ਦੇ ਹੱਕਾਂ ਦੇ ਵਾਸਤੇ ਹੁੰਦਾ ਗਾ। ਜਾਂ ਆਪਾਂ ਕੋਈ ਵੀ ਔਨਲਾਈਨ ਸ਼ੋਪਿੰਗ ਕਰਦੇ ਹਾਂ, ਕੋਈ ਵੀ ਮਤਲਬ ਆਪਾਂ ਮੰਨ ਕੇ ਚੱਲੋ ਕੋਈ TV ਮੰਗਾਉਂਦੇ ਹੈਗੇ, ਠੀਕ ਹੈ ਨਾ, ਉਹ ਆਪਾਂ ਨੇ ਦੇਖਿਆ ਤਾਂ ਕੁਝ ਹੋਰ ਉੱਤੇ, ਅਤੇ ਜਦੋਂ ਆਇਆ ਉਹ ਉੱਥੇ TV ਜਿਹੜਾ ਕੁਝ ਹੋਰ ਨਿਕਲਿਆ, ਫਿਰ ਟੁੱਟਿਆ ਫੁੱਟਿਆ ਨਿਕਲਿਆ, ਅਤੇ ਉੱਤੇ ਪੂਰਾ ਆਪਣਾ ਹੱਕ ਹੁੰਦਾ ਗਾ ਵੀ ਆਪਾਂ ਉਹਦੇ ਖਿਲਾਫ ਬੋਲ ਸਕੀਏ। ਤਾਂ ਅੱਜ ਦਾ ਦਿਨ ਜਿਹੜਾ ਰਾਸ਼ਟਰੀ ਪੱਧਰ 'ਤੇ ਆਪਣੇ ਭਾਰਤ ਵਿੱਚ ਕੀ ਆ ਹੋਣਾ ਨੈਸ਼ਨਲ ਕੰਜ਼ਿਊਮਰ ਰਾਈਟ ਡੇ ਵਜੋਂ ਮਨਾਇਆ ਜਾਂਦਾ ਗਾ। ਬਸ ਸਿੱਧਾ ਸੁਣਿਆ, ਧਿਆਨ ਵਿੱਚ ਰੱਖਣਾ। ਸੋ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਕੁਐਸਚਨ ਬਾਰੇ ਆਪਣੇ। ਵਿਚ ਸਟੇਟ ਗਵਰਨਮੈਂਟ ਹੈਜ਼ ਓਪਨਡ ਦੀਨ ਦਿਆਲ ਕਲੀਨਿਕ ਫॉर ਪੂਅਰ ਪੀਪਲਸ। ਕਿਸ ਰਾਜ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਦੀਨ ਦਿਆਲ ਕਲੀਨਿਕ ਖੋਲ੍ਹਿਆ ਗਾ? ਤਾਂ ਇਹ ਸੁਣੇ, ਧਿਆਨ ਵਿੱਚ ਰੱਖਣਾ ਜੀ। ਇਹ ਹੁਣ ਖੋਲ੍ਹਿਆ ਗੁਜਰਾਤ ਸਰਕਾਰ ਦੇ ਵੱਲੋਂ। ਦੇਖੋ ਜੀ, ਗੁਜਰਾਤ ਸਰਕਾਰ ਨੇ ਹੁਣ ਕਿਹਾ ਗਾ ਵੀ ਜਿਹੜੇ ਸ਼ਹਿਰਾਂ ਦੀ ਆਬਾਦੀ 1 ਲੱਖ ਤੋਂ ਅਬਵ ਹੈਗੀ ਆ, 1 ਲੱਖ ਤੋਂ ਵੱਧ ਹੈਗੀ, ਉਹਨਾਂ ਸ਼ਹਿਰਾਂ ਦੇ ਵਿੱਚ ਹੁਣ ਅਸੀਂ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਦੀਨ ਦਿਆਲ ਕਲੀਨਿਕ ਖੋਲ੍ਹ ਰਹੇ ਹਾਂ, ਤਾਂ ਕਿ ਉਹ ਵਧੀਆ ਤਰੀਕੇ ਨਾਲ ਆਪਦਾ ਉੱਥੇ ਇਲਾਜ ਕਰਵਾ ਸਕਣ। ਤਾਂ ਦੇਖੋ ਅਗਰ ਆਪਾਂ ਕੁਐਸਚਨ ਦੀ ਗੱਲ ਕਰੀਏ ਨਾ, ਜਿਵੇਂ ਆਪਾਂ ਨੇ ਪੜ੍ਹਿਆ ਸੀ ਹਾਲ ਹੀ ਦੇ ਵਿੱਚ, ਜਿਵੇਂ ਤਮਿਲਨਾਡੂ ਸਰਕਾਰ ਦੇ ਵੱਲੋਂ ਅੰਮਾ ਮਿੰਨੀ ਕਲੀਨਿਕ ਖੋਲ੍ਹੇ ਗਏ ਸੀ। ਦਿੱਲੀ ਸਰਕਾਰ ਦੀ ਗੱਲ ਕਰੀਏ ਤਾਂ ਉਹਨੇ ਮੁਹੱਲਾ ਕਲੀਨਿਕ ਖੋਲ੍ਹੇ ਸੀਗੇ। ਸੋ ਉਸੇ ਤਰੀਕੇ ਨਾਲ ਹੀ ਗੁਜਰਾਤ ਨੇ ਹੁਣ ਦੀਨ ਦਿਆਲ ਕਲੀਨਿਕ ਨੂੰ ਖੋਲ੍ਹਿਆ ਗਾ। ਤਾਂ ਸੋਨੇ ਧਿਆਨ ਵਿੱਚ ਰੱਖਣਾ ਜੀ, ਇਹ ਵੀ ਠੀਕ ਹੈ। ਇਸ ਕਲੀਨਿਕ ਬਾਰੇ ਦੀਨ ਦਿਆਲ ਕਲੀਨਿਕ ਇਹਦਾ ਨਾਮ ਹੋਵੇਗਾ। ਔਰ ਬਾਕੀ ਗੁਜਰਾਤ ਦੀ ਗੱਲ ਕਰੀਏ, ਕੈਪੀਟਲ ਤਾਂ ਜੀ ਗਾਂਧੀ ਨਗਰ ਆ, ਔਰ CM ਹੈਗੇ ਨੇ ਜੀ ਵਿਜੇ ਰੂਪਾਨੀ ਸਾਹਿਬ, ਔਰ ਗਵਰਨਰ ਦੀ ਗੱਲ ਕਰੀਏ ਆਚਾਰਿਆ ਦੇਵਰਤ ਸਾਹਿਬ, ਠੀਕ ਹੈ ਨਾ, ਇਹ ਸੋਨੇ ਧਿਆਨ ਵਿੱਚ ਰੱਖਣਾ। ਔਰ ਗੱਲ ਗੁਜਰਾਤ ਦੀ ਕਰਦੇ ਹਾਂ ਤਾਂ ਯਾਦ ਰੱਖਣਾ ਆਪਣੇ ਦੁਨੀਆ ਦਾ ਸਭ ਤੋਂ ਵੱਡਾ ਰਿਨਿਊਏਬਲ ਐਨਰਜੀ ਪਾਰਕ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚ ਲਗਾਇਆ ਗਿਆ ਸੀ, ਆਪਾਂ ਨੇ ਪੜ੍ਹਿਆ ਸੀਗਾ। ਔਰ ਨੀਤੀ ਆਯੋਗ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀਗੀ, ਜਿਹੜੀ ਸੀਗੀ ਐਕਸਪੋਰਟ ਪ੍ਰਪੇਅਰਨੈਸ ਇੰਡੈਕਸ ਸੀਗਾ, ਉਹਦੇ ਵਿੱਚ ਕੀ ਆ ਟੌਪ 'ਤੇ ਰਿਹਾ ਸੀ ਗੁਜਰਾਤ ਆਪਣੇ ਪੂਰੇ ਭਾਰਤ ਵਿੱਚੋਂ। ਔਰ ਇਸ ਤੋਂ ਇਲਾਵਾ ਗੁਜਰਾਤ ਨਾਲ ਰਿਲੇਟਡ ਯਾਦ ਰੱਖ ਸਕਦੇ ਹੋ, ਹਾਲ ਹੀ ਦੇ ਵਿੱਚ ਜਿਹੜੀ ਗੁਜਰਾਤ ਸਰਕਾਰ ਹੈ ਉਹਨੇ ਆਪਣੀ ਗੁਜਰਾਤ ਪੁਲਿਸ ਨੂੰ ਟੇਸਰ ਗੰਨਾਂ ਦਿੱਤੀਆਂ ਸੀਗੀਆਂ। ਔਰ ਗੁਜਰਾਤ ਦੇ ਵਿੱਚ ਰੀਸੈਂਟ ਦੇ ਵਿੱਚ ਹੀ ਇੱਕ ਸ਼ਹਿਦ ਰਿਸਰਚ ਲੈਬੋਰਟਰੀ ਵੀ ਖੁੱਲ੍ਹੀ ਸੀਗੀ। ਤਾਂ ਅਜਿਹੀ ਪ੍ਰਯੋਗਸ਼ਾਲਾ ਲੈਬੋਰਟਰੀ ਵੀ ਜਿਹੜੀ ਖੋਲ੍ਹਣ ਵਾਲਾ ਪਹਿਲਾ ਸਟੇਟ ਬਣਿਆ ਸੀ ਗੁਜਰਾਤ। ਤਾਂ ਇਹ ਸੋਨੇ ਧਿਆਨ ਵਿੱਚ ਰੱਖਣੇ ਜੀ ਗੁਜਰਾਤ ਨਾਲ ਰਿਲੇਟਡ। ਬਾਕੀ ਗੁਜਰਾਤ ਦੇ ਨੈਸ਼ਨਲ ਪਾਰਕ ਵੀ ਇੰਪੋਰਟੈਂਟ ਨੇ। ਗਿਰ ਨੈਸ਼ਨਲ ਪਾਰਕ ਇੱਥੇ ਹੈਗਾ ਗਾ, ਬਲੈਕ ਬੱਕ ਨੈਸ਼ਨਲ ਪਾਰਕ ਹੈ, ਬੰਸਰਾ ਨੈਸ਼ਨਲ ਪਾਰਕ ਹੈ, ਮਰੀਨ ਨੈਸ਼ਨਲ ਪਾਰਕ ਹੈ, ਔਰ ਇੱਥੇ ਇੱਕ ਪਾਵਰ ਪਲਾਂਟ ਵੀ ਹੈ, ਕਾਕਰਾ ਪਾਰ ਨਿਊਕਲੀਅਰ ਪਾਵਰ ਪਲਾਂਟ ਇਹਦਾ ਨਾਮ ਹੈ, ਅਤੇ ਇਹ ਵੀ ਇੰਪੋਰਟੈਂਟ ਹੈ। ਸੋ ਗੱਲ ਕਰਦੇ ਅਗਲੇ ਕੁਐਸਚਨ ਬਾਰੇ ਜੀ। ਹੂ ਰੋਟ ਦੀ ਬੁੱਕ ਕਾਲਡ ਰਿਪੋਰਟਿੰਗ ਇੰਡੀਆ। ਰਿਪੋਰਟਿੰਗ ਇੰਡੀਆ ਨਾਂ ਦੀ ਕਿਤਾਬ ਨੂੰ ਹੁਣ ਕਿਸ ਨੇ ਲਿਖਿਆ ਗਾ? ਦੇਖੋ ਜੀ, ਬੁੱਕ ਦਾ ਨਾਮ ਧਿਆਨ ਵਿੱਚ ਰੱਖਣਾ, ਔਰ ਇਸ ਦੇ ਲੇਖਕ ਹਨ ਪ੍ਰੇਮ ਪ੍ਰਕਾਸ਼ ਸਾਹਿਬ। ਆਪਸ਼ਨ ਨੰਬਰ A ਰਾਈਟ ਆਨਸਰ ਹੈ ਬਿਲਕੁਲ। ਪ੍ਰੇਮ ਪ੍ਰਕਾਸ਼ ਦੀ ਗੱਲ ਕਰੀਏ ਤਾਂ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਚੇਅਰਮੈਨ ਨੇ ਜੀ, ਔਰ ਹੁਣ ਇਹਨਾਂ ਦੇ ਦੁਆਰਾ ਹੀ ਹੁਣ ਰਿਪੋਰਟਿੰਗ ਇੰਡੀਆ ਨਾਂ ਦੀ ਕਿਤਾਬ ਨੂੰ ਲਿਖਿਆ ਗਿਆ ਗਾ। ਬਾਕੀ ਇਸ ਕਿਤਾਬ ਬਾਰੇ ਗੱਲ ਕਰੀਏ ਤਾਂ ਇਹਨੂੰ ਹੁਣ ਲਾਂਚ ਕੀਤਾ ਸੀ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਸੁਬਰਮਨਿਅਮ ਜੇ ਸ਼ੰਕਰ ਦੇ ਦੁਆਰਾ ਇਸ ਬੁੱਕ ਨੂੰ ਲਾਂਚ ਕੀਤਾ ਗਿਆ ਸੀਗਾ। ਬਾਕੀ ਗੱਲ ਉਧਰ ਆਪਸ਼ਨ ਬਾਰੇ ਕਰੀਏ, ਸਾਰੇ ਆਪਸ਼ਨ ਵੀ ਇੰਪੋਰਟੈਂਟ ਨੇਗੇ। ਮਨੀਸ਼ ਸਿਸੋਦੀਆ ਦੀ ਗੱਲ ਕਰੀਏ, ਇਹਨਾਂ ਨੇ ਬੁੱਕ ਲਿਖੀ ਸੀ ਬਾਪੂ ਦੀ ਅਨਫੋਰਗੇਟਨ। ਔਰ ਸ਼ਸ਼ੀ ਧਰੋਹਰ, ਇਹਨਾਂ ਦੇ ਦੁਆਰਾ ਬੁੱਕ ਲਿਖੀ ਗਈ ਸੀ ਦੀ ਬੈਟਲ ਆਫ ਬਿਲੋਂਗਿੰਗ ਨਾਂ ਦੀ, ਠੀਕ ਹੈ। ਔਰ ਅਮੀਸ਼ ਤ੍ਰਿਪਾਠੀ, ਇਹਨਾਂ ਦੀ ਨਾਮ ਬੁੱਕ ਦਾ ਨਾਮ ਕਾਫੀ ਇੰਪੋਰਟੈਂਟ ਹੈ। ਬੁੱਕ ਦਾ ਨਾਮ ਧਿਆਨ ਰੱਖਣਾ ਧਰਮਾ ਡਿਕੋਡਿੰਗ ਦੀ ਐਪਿਕ ਫॉर ਦੀ ਮੀਨਿੰਗਫੁਲ ਲਾਈਫ ਨਾਂ ਦੀ ਕਿਤਾਬ ਨੂੰ ਲਿਖਿਆ ਸੀ ਇਹਨਾਂ ਨੇ। ਸੋ ਹੁਣ ਗੱਲ ਕਰਦੇ ਅਗਲੇ ਕੁਐਸਚਨ ਬਾਰੇ ਜੀ। ਕੁਸਕੁਸ ਇਜ਼ ਦੀ ਸਟੈਪਲ ਫੂਡ ਆਫ ਦੀ ਰੀਜਨ ਵਿਚ ਇਜ਼ ਇਨਕਲੂਡਡ ਇਨ ਦੀ ਯੂਨੈਸਕੋ ਕਲਚਰਲ ਹੈਰੀਟੇਜ ਕੈਟਾਲੋਗ। ਦੇਖੋ ਜੀ, ਕਹਿੰਦੇ ਜਿਹੜਾ ਕੁਸਕੁਸ ਹੈਗਾ ਕਿਸ ਖੇਤਰ ਦਾ ਮੁੱਖ ਭੋਜਨ ਹੈਗਾ, ਜੋ ਕਿ ਯੂਨੈਸਕੋ ਨੇ ਆਪਣੇ ਕਲਚਰਲ ਹੈਰੀਟੇਜ ਕੈਟਾਲੋਗ ਦੇ ਵਿੱਚ ਸ਼ਾਮਿਲ ਕੀਤਾ ਗਾ। ਤਾਂ ਇਹ ਕੁਐਸਚਨ ਇੰਪੋਰਟੈਂਟ ਆ, ਸੁਣੀ ਧਿਆਨ ਵਿੱਚ ਰੱਖਣਾ ਜੀ। ਇਹ ਜਿਹੜਾ ਭੋਜਨ ਆ ਇਹ ਹੈਗਾ ਨਾਰਥ ਅਫਰੀਕਾ ਦਾ ਭੋਜਨ, ਠੀਕ ਹੈ ਨਾ, ਜਿਹਦਾ ਨਾਂ ਹੈਗਾ ਕੁਸਕੁਸ, ਠੀਕ ਹੈ ਨਾ। ਤਾਂ ਇਹਨੂੰ ਹੁਣ ਯੂਨੈਸਕੋ ਨੇ ਆਪਣੇ ਕਲਚਰਲ ਹੈਰੀਟੇਜ ਕੈਟਾਲੋਗ ਦੇ ਵਿੱਚ ਕੀ ਆ ਸ਼ਾਮਿਲ ਕੀਤਾ ਗਾ।
देखो गल इत्थे हुण यूनैस्को दी है, यूनैस्को बारे थोड़ी गलबात कर लैंदे आं। यूनैस्को दा पूरा नाम है यूनाइटेड नेशनस एजुकेशनल साइंटिफिक एंड कल्चरल ऑर्गेनाइजेशन। यूनैस्को की गल करिए मुख दफ्तर बारे, मुख दफ्तर जिहड़ा पैरिस फ्रांस विच है जी। और ये हैड की गल करिए तो आदरे अजौले साहब कौन ये हैड हैगे ने। और यूनैस्को की स्थापना हुई सी 16 नवंबर 1945 नूं। देखो गल यूनैस्को की है तो यूनैस्को नाल रिलेटेड आपां ने एक दो न्यूज़ भी पढ़िया सी रीसेंट दे विच, आपां ने शायद कल ही पढ़िया सीगा। यूनैस्को ने सिंगापुर की हाकर संस्कृति नूं भी हुण अपने संस्कृति विरासत सूची दे विच शामिल कीता सी, कल ही पढ़िया सी आपां ने। और यूनैस्को के दुबारा अपने भारत के मध्य प्रदेश के 2 शहर किहड़े-किहड़े ने, ग्वालियर ते ओरछा, उन्हां दोनां नूं भी अपने विश्व विरासत सूची शहरां दे विच भी शामिल कीता सी। टोटल इस सूची विच हुण टोटल अपने 40 शहर जिहड़े शामिल हो चुके हैं। और यूनैस्को हुण शेख मुजीबुर रहमान जिहड़े कि बांग्लादेश के पहले राष्ट्रपति ने और बांग्लादेश के प्रधानमंत्री भी रह चुके हैं, उन्हां दे नाम तो अगले साल तो एक गिया पुरस्कार भी शुरू करन जा रहा हैगा। तो इन्ने फैक्ट तुसीं यूनैस्को नाल रिलेटेड भी ध्यान विच रखने हैं। गल करदे अगले क्वेश्चन बारे जी हुण, हू वाज अवार्डेड दी लीजन ऑफ मैरिट अवार्ड, किस नूं कहंदे हुण लीजन ऑफ मैरिट अवार्ड दिता गया गा। तो ये अवार्ड तुहानूं ध्यान विच रखना, ये मिलिया जी अपने देश के प्रधानमंत्री नरेंद्र मोदी नूं। देखो अगर आप लीजन ऑफ मैरिट की गल करिए ना तो ये अवार्ड USA के द्वारा दिता गया। USA के प्रेजिडेंट डोनाल्ड ट्रंप के द्वारा ये अवार्ड हुण नरेंद्र मोदी नूं दिता गया। बेसिकली अगर आप गल करिए, देखो नरेंद्र मोदी तो अपने भारत विच ही ने हजे। जिहड़ा ये अवार्ड ना डोनाल्ड ट्रंप ने अपने जिहड़े भारतीय अंबैसडर ने अमेरिका दे विच कौन ने, तरनजीत सिंह संधू साहब, उन्हां नूं की यह अवार्ड जिहड़ा सौंपिया गा। ठीक है ना, सो तुहानूं ध्यान विच रखना। बाकी अगर आप गल करिए, देखो इत्थे अवार्ड ये दिता गया डोनाल्ड ट्रंप ने। तुसीं कहोगे भी अमेरिका के राष्ट्रपति हुण जो बाइडन साहब बन गए ने। देखो हालांकि जो बाइडन साहब अमेरिका के प्रेजिडेंट बन गए ने, पर वो 20 जनवरी 2021 तो की अपना सारा कार्यभाग संभालणगे, उन्ना टाइम यही काम कर रहे हैं। बाकी अगर आप गल करिए तो नरेंद्र मोदी के राजनीतिक सहयोग ਵਧਾਉਣ करके की यह अवार्ड इन्हां नूं मिलिया गा। बाकी अगर आप नरेंद्र मोदी साहब की गल करिए, देखिए लीजन ऑफ मैरिट अवार्ड तो USA ने दिता गा। तो इन्होंने रीसेंट में भी कोई अवार्ड मिले सी, वो भी इंपोर्टेंट ने बेसिकली। सब तो पहले गल करिए मालदीव कंट्री बारे। मालदीव कंट्री ने नरेंद्र मोदी नूं ऑर्डर ऑफ डिस्टिंक्शन रूल ऑफ इज़ुद्दीन नाम का अवार्ड जिहड़ा दिता सीगा। और रशिया कंट्री ने भी अवार्ड दिता सी। रशिया ने जिहड़ा अवार्ड दिता उसदा नाम सी ऑर्डर ऑफ सेंट एंड्रियो दी अपोस्टल नाम का अवार्ड जिहड़ा दिता सीगा। और इस तो इलावा UAE कंट्री के वल्लों यूनाइटेड अरब अमीरात ने नरेंद्र मोदी नूं ऑर्डर ऑफ जायद अवार्ड जिहड़ा दिता सीगा। तो सुनने ये सारे अवार्ड भी जरूर ध्यान में रखने नेगे। बाकी गल करते अगले क्वेश्चन बारे अज दे जी, हू वाज ऑनर्ड विद दी पंडित दीन दयाल उपाध्याय टैलीकॉम स्किल एक्सीलेंस अवार्ड 2020। किस नूं जी कहंदे पंडित दीन दयाल उपाध्याय टैलीकॉम हुनर एक्सीलेंस अवार्ड 2020 के नाल सन्मानित किया गया गा। देखो जी अगर आप ये अवार्ड की गल करिए तो अपने जो IT मंत्री ने रवि शंकर प्रसाद साहब, उन्होंने द्वारा यह अवार्ड जो दिता गया गा। और ये अवार्ड दिता गया श्रीनिवास कर्नम साहब नूं और प्रोफैसर सुब्रता रॉय नूं। देखो अगर आप अवार्ड की गल करिए तो 2 अवार्ड दिते गए हैं। पहले नंबर का अवार्ड मिला श्रीनिवास कर्नम साहब नूं, ठीक है ना। और इन्हों गल करिए तो नाल 50,000 रुपये की इनामी राशि भी दी गई है। क्योंकि अगर आप श्रीनिवास कर्नम की गल करिए तो इन्होंने डूंघे समुद्रां दे विच संचार यानी कि कम्यूनीकेशन करने वाली एक टैक्नोलॉजी नूं डिवेलप किया सीगा। और गल करिए सुब्रता रॉय की, इन्हों इनामी राशि के विचों 30,000 रुपये दिते गए नेगे। और अगर आप इन्हां दी गल करिए तो इन्होंने जिहड़े अपने देखो रेल गड्डी दे नाल पशुओं के अक्सर हादसे हो जाते, टकराਅ होंदे नेगे, तो उस चीज़ नूं रोकण लई एक टैक्नोलॉजी डिवेलप की सीगी। तां करके प्रोफैसर सुब्रता रॉय नूं अवार्ड दिता गया गा। बेसिकली जिहड़ी ये ट्रेन ते पशुओं विचकार रोकण वाली टकराਅ रोकण वाली टैक्नोलॉजी हैगी, इहनूं उत्तराखंड के राजा जी नैशनल पार्क दे विच भी स्थापित कर दिता गया गा। और तुसीं बस दोनों नाम ध्यान में रखने। और ये अवार्ड का नाम पंडित दीन दयाल उपाध्याय टैलीकॉम स्किल एक्सीलेंस अवार्ड इसका नाम हैगा, ठीक है ना। गल करते अगले क्वेश्चन बारे जी, विच स्टेट गवर्नमेंट स्टार्टेड दी BC सखी योजना फॉर वूमेन। किस राज्य सरकार ने औरतों के लिए BC सखी योजना नूं शुरू किया है। तो इस योजना नूं शुरू किया जी हुण उत्तर प्रदेश के द्वारा। देखो उत्तर प्रदेश सरकार ने देखो BC सखी, पहली गल तो इसका नाम याद रखना, B ते बैंकिंग, C ते क्रॉसपोडेंट, ठीक है ना। सखी नाम की योजना नूं शुरू किया गा। इहदे विच की होवेगा ना, तो उत्तर प्रदेश सरकार पिंडां दे विच, उत्तर प्रदेश के पिंडां दे विच एक सखियां नूं तैनात करनगे, जानी कि औरतां नूं तैनात करनगे। काहदे वास्ते, तां कि जिहड़े उत्तर प्रदेश के पिंड नेगे उन्हां नूं बैंकिंग सहूलतां तो जाणू करवाया जा सके। जानी कि बेसिकली जिहड़े उत्तर प्रदेश के पिंड ने उन्हां नूं बैंकिंग सहूलतां प्रदान कीतियां जा सके, उन्हां बारे सारा कुछ दस्सिया जा सके। तो इत्थे की एक ये सखियां जिहड़ियां कि उत्थे अपॉइंट करनगे उत्तर प्रदेश सरकार, ठीक है ना। तो ये योजना ध्यान रखना उत्तर प्रदेश की आ। बाकी उत्तर प्रदेश की कैपिटल तो हैगी लखनऊ,
नवाबाना शहर भी कहने लखनऊ नूं, और ये गोमती नदी के किनारे स्थित है। और उत्तर प्रदेश सीएम ने योगी आदित्यनाथ, और गवर्नर की गल करिए आनंदीबेन पटेल, बेसिकली MP ਦੀ भी गवर्नर एडिशनल तौर पर, ठीक है ना। सो गल करते अगले क्वेश्चन बारे जी। इन विच स्टेट इंडियाज़ फर्स्ट सेंटर ऑफ एक्सीलेंस वास एस्टैबलिश्ड फॉर स्किल डिवेलपमेंट इन दी पावर सैक्टर। देखो किहड़े राज दे विच बिजली खेतर विच हुनर दे विकास लई भारत दा सब तो उत्तम केंद्र स्थापित किया गया गा। तो ये केंद्र हुण स्थापित किया गया जी हरियाणा दे विच, ठीक है ना। देखो जिहड़े अपने कौशल विकास राज मंत्री ने कौन ने, राजकुमार सिंह, उन्हां दे द्वारा हरियाणा के गुरुग्राम के राष्ट्रीय सौर ऊर्जा संस्थान दे विच हुण इसका किया उद्घाटन किया गा। बेसिकली बिजली खेतर में कौशल विकास करने लई क्या ये जिहड़ा सेंटर बनाया गया, इसका सेंटर का नाम क्या, सेंटर ऑफ एक्सीलेंस, ठीक है ना। तो बस सीधी गल याद रखना जी, जिहड़े बिजली खेतरां विच कौशल विकास करने वास्ते इस सेंटर नूं क्या हुण खोलिया गया गा हरियाणा दे विच। देखो गल हुण हरियाणा की आ गई, तो हरियाणा बारे इंपोर्टेंट बनता गा, आप डिस्कशन कर लैंदे हरियाणा बारे। सब तो पहले कैपिटल याद रखना जी, चंडीगढ़ हैगी। हरियाणा के सीएम की गल करिए मनोहर लाल खट्टर ने, और गवर्नर की गल करिए सत्यादेव नारायण आर्या साहब। बाकी हरियाणा नाल रिलेटेड अगर आप करंट अफेयर न्यूज़ की गल करिए तो सब तो पहले तो यही गल याद रखना, हरियाणा की ना एक पहली महिला सांसद हैगी सी हरियाणा की, और उहदी की हुण डैथ हुई है जिहदा नाम सी चंद्रवती देवी, ठीक है ना। और इस तो इलावा अगर आप गल करिए हरियाणा के दोबारा ही प्रोजैक्ट एयर केयर नूं लॉन्च किया गया सी, ताकि हवा की जिहड़ी क्वालिटी आ उहदे विच सुधार किया जा सके। और एक ना इंडैक्स जारी होया सी अनीमिया मुक्त भारत, उहदे विच जिहड़ा टॉप ते हैगा सीगा हरियाणा स्टेट। हरियाणा ने ही ग्राम दर्शन पोर्टल नूं लॉन्च किया सीगा, और हरियाणा के द्वारा एक ना आपका मित्र नाम का एजुकेशनल चैट बोट नूं भी लॉन्च किया गया सीगा। और इस तो इलावा हरियाणा की अगर आप कुछ स्कीम की गल करिए तो इन्होंने रीसेंट विच महिला व किशोरी सम्मान योजना नूं लॉन्च किया सी, और इस तो इलावा मुख्यमंत्री दूध उपहार योजना नूं भी लॉन्च किया सीगा। और इस तो इलावा हरियाणा ने ही परिवार पहचान पत्र नाम की एक योजना नूं लॉन्च किया सीगा। और एक होर इंपोर्टेंट फैक्ट याद रखना, अपनी दुनिया की पहली डबल स्टेक कंटेनर वास्ते जिहड़ी सुरंग बनाई जा रही है वो भी हरियाणा दे विच बनाई जा रही हैगी। और इस तो इलावा जिहड़ा खेलो इंडिया यूथ गेम ने वो जिहड़ा चौथा एडिशन है 2021 दे विच हरियाणा के पंचकूला दे विच होवेगा। तो इन्नियां सारियां जिहड़ियां न्यूज़ ने हरियाणा नाल रिलेटेड तुसीं ध्यान विच रख सकदे हो जी। गल करदे अगले क्वेश्चन बारे जी हुण आपां, बट न्यू नेम दी US गिवन टू इट्स स्पेस फोर्स। देखो जी अमेरिका ने अपनी पुलाड़ शक्ति का नवा नाम की रखा गा, ये क्वेश्चन इंपोर्टेंट बन सकता गा। तो अमेरिका ने इसका नाम रखा दी ग्रेडियंट्स। देखो की गल है ना, देखो अपने आम देशों में होंगी है नेवी होंगी, अपनी आर्मी होंगी है, या फिर एयरफोर्स होंगी है। इस तरीके नाल अमेरिका के ये तो हैगी ही नहीं गया, तो हुण अमेरिका ने अपने स्पेस वास्ते भी एक अपनी की सेना यानी कि स्पेस फोर्स तैयार की सीगी, तो उस स्पेस फोर्स का नाम रखा सी दी ग्रेडियंट्स, ठीक है ना। ऑप्शन नंबर B राइट आंसर हैगा। तो सुने ध्यान में रखना, USA की हैगी तो सुने जरूर ध्यान में रखना। गल करते अगले क्वेश्चन बारे जी, विच स्टेट और यूटी विल इंट्रोड्यूस हैल्थ इंश्योरेंस स्कीम। देखो जी कहने किहड़ा राज या केंद्र शासित प्रदेश हुण सेहत, ये सेहत की चीज़ है, एक सेहत बीमा योजना गई। इस बीमा योजना नाम ही सेहत हैगा गा, इनू हुण लागू करेगा, तो इनू लागू करेगा जी जम्मू अते कश्मीर। ऑप्शन नंबर A बिल्कुल राइट आंसर है। देखो नूं लागू किया जाएगा हजे 26 दिसंबर नूं, 26 दिसंबर नूं अपने प्रधानमंत्री नरेंद्र मोदी साहब इनू की लागू करनगे जम्मू अते कश्मीर दे विच। बेसिकली जिन्होंने जिहड़े लोगों को आयुष्मान योजना का लाभ नहीं मिला सी, तो अजिहे 1 करोड़ लोगों वास्ते की यह एक सेहत बीमा योजना की जिहदा नाम है सेहत, और इनू जम्मू कश्मीर दे विच की हुण लागू किया जाएगा। बाकी गल जम्मू कश्मीर की रह गई। जम्मू कश्मीर बारे गल करिए तो लैफ्टिनेंट गवर्नर, सैकेंड लैफ्टिनेंट गवर्नर ने जिन्हों नाम है मनोज सिन्हा साहब, ठीक है ना। तो इन्हों का नाम सुने ध्यान में रखना। बाकी जम्मू कश्मीर ने ना रीसेंट में एक स्पैरो पोर्टल लॉन्च किया सी, जिहड़ा स्पैरो पोर्टल सी ना सरकारी काम काजां दे विच एक ट्रांसपैरेंटी लियाउण वास्ते कि इन्होंने लागू किया सीगा। और जम्मू कश्मीर के कश्मीरी केसर नूं हुण रीसेंट में GI टैग दिता गया सीगा, ठीक है ना, ध्यान में रखना। और एक कश्मीरी केसर के व्यापार नूं वधाउण वास्ते जम्मू कश्मीर की सरकार के द्वारा एक नीलामी नां दे पोर्टल नूं भी लॉन्च किया गया सीगा, ठीक है ना। तो तुसीं ये भी जरूर ध्यान में रखना। बाकी जम्मू कश्मीर तो होर भी न्यूज़ अगर आप गल करिए ना स्ट्रैटेजिक के पक्ष तो जम्मू कश्मीर के नैशनल पार्क इंपोर्टेंट बन गए। इत्थे हैगा डॉक्टर सलीम अली नैशनल पार्क, और किश्तवाड़ नैशनल पार्क, डाचीगम नैशनल पार्क भी जम्मू कश्मीर विच आ। और इस तो बाद एक गल याद रखना, हेमस नैशनल पार्क पहले जम्मू कश्मीर विच ही सीगा, तो हुण यह लद्दाख यूटी विच चला गया हेमस नैशनल पार्क, ये सुने ध्यान में रखना। गल करते अगले क्वेश्चन बारे जी हुण आपां, अकॉर्डिंग टू अ रिपोर्ट रिलीज्ड हाउ मच % ऑफ लेपर्ड पॉपूलेशन हैज़ इनक्रीज्ड इन इंडिया फ्रॉम
2014 to 18 ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਕਹਿੰਦੇ ਜੀ ਸਾਲ 2014 ਤੋਂ 18 ਤੱਕ ਭਾਰਤ ਵਿੱਚ ਚੀਤਿਆਂ ਦੀ ਆਬਾਦੀ ਵਿੱਚ ਕਿੰਨੇ % ਵਾਧਾ ਹੋਇਆਗਾ। ਤਾਂ ਇਹ ਵਾਧਾ ਸੋਨੇ ਧਿਆਨ ਵਿੱਚ ਰੱਖਣਾ ਜੀ, ਇਹ ਹੋਇਆ ਹੁਣ 60% ਵਾਧਾ। ਦੇਖੋ ਅਗਰ ਆਪਾਂ ਰਿਪੋਰਟ ਦੀ ਗੱਲ ਕਰੀਏ, ਆਪਣੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਦਕਰ ਸਾਹਿਬ ਦੇ ਦੁਆਰਾ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਗਾ ਔਰ ਉਹਨਾਂ ਨੇ ਕਿਹਾ ਵੀ ਹੁਣ ਅਗਰ ਆਪਾਂ ਗੱਲ ਕਰੀਏ 2014 ਤੋਂ ਲੈ ਕੇ 2018 ਦੇ ਵਿਚਕਾਰ ਜਾਣੀ ਕਿ ਇਹ 4 ਸਾਲਾਂ ਦੇ ਵਿੱਚ ਆਪਣੇ ਭਾਰਤ ਵਿੱਚ 60% ਜਿਹੜੇ ਚੀਤਿਆਂ ਦੀ ਆਬਾਦੀ ਉਹ ਵਧੀ ਹੈਗੀ। ਔਰ ਇਸ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ 2014 ਵਿੱਚ ਆਪਣੇ ਭਾਰਤ 'ਚ ਟੋਟਲ ਚੀਤੇ ਸੀ 7910 ਸੀਗੇ ਔਰ 2018 ਦੇ ਵਿੱਚ ਜਿਹੜੇ ਚੀਤਿਆਂ ਦੀ ਆਬਾਦੀ ਹੈਗੀ 12852 ਜਿਹੜੀ ਹੋ ਚੁੱਕੀ ਸੀਗੀ। ਠੀਕ ਹੈ ਨਾ, ਸੋ ਤੁਹਾਨੂੰ ਇਹ ਵਾਧਾ ਵੀ ਧਿਆਨ ਵਿੱਚ ਰੱਖਣਾ। ਟੋਟਲ ਪਰਸੈਂਟੇਜ ਵਿੱਚ 60,000 ਜਿਹੜਾ ਇਹ ਹੈਗਾ 60% ਸੌਰੀ ਹੈਗਾ ਗਾ। ਠੀਕ ਹੈ ਨਾ, ਬਾਕੀ ਕਦੇ ਤੁਹਾਨੂੰ ਪੁੱਛ ਲੈਣ ਸਭ ਤੋਂ ਵੱਧ ਜਿਹੜੇ ਚੀਤੇ ਨੇ ਉਹ ਕਿਹੜੇ ਸਟੇਟ ਵਿੱਚ ਆ, ਤਾਂ ਉਹ ਹੈਗੇ ਨੇਗੇ ਮੱਧ ਪ੍ਰਦੇਸ਼ ਵਿੱਚ। ਮੱਧ ਪ੍ਰਦੇਸ਼ ਟੋਟਲ ਜਿਹੜੀ ਇਹ ਚੀਤਿਆਂ ਦੀ ਸੰਖਿਆ ਹੈਗੀ 3421 ਹੈਗੀ। ਠੀਕ ਹੈ ਨਾ, ਤਾਂ ਤੁਸੀਂ ਇਹ ਵੀ ਧਿਆਨ ਵਿੱਚ ਰੱਖ ਸਕਦੇ ਹੋਗੇ। ਸੋ ਹੁਣ ਗੱਲ ਕਰਦੇ ਹਾਂ ਆਪਣੇ ਅੱਜ ਦੇ ਸਟੇਟ ਆਫ ਦੀ ਡੇ ਬਾਰੇ ਜੀ। ਸੋ ਅੱਜ ਦਾ ਜਿਹੜਾ ਆਪਣਾ ਸਟੇਟ ਆਫ ਦੀ ਡੇ ਰਹਿਣ ਵਾਲਾ ਗਾ ਉਹ ਰਹਿਣ ਵਾਲਾ ਗਾ ਜੀ ਕੇਰਲਾ ਸਟੇਟ। ਇਹ ਸਭ ਤੋਂ ਪਹਿਲਾਂ ਤੁਸੀਂ ਕੇਰਲਾ ਦੀ ਮੈਪ 'ਚ ਲੋਕੇਸ਼ਨ ਦੇਖ ਸਕਦੇ ਹੋਗੇ। ਸੋ ਆਪਣੇ ਬਿਲਕੁਲ ਸਾਊਥ ਵਿੱਚ ਹੈਗਾ ਕੇਰਲਾ, ਨਾਲ ਇਹਦੇ ਤਮਿਲਨਾਡੂ ਆ, ਉੱਪਰ ਹੈਗਾ ਜੀ ਕਰਨਾਟਕਾ ਸਟੇਟ। ਠੀਕ ਹੈ ਨਾ, ਸੋ ਬਾਕੀ ਅਗਰ ਆਪਾਂ ਕੇਰਲਾ ਬਾਰੇ ਦੇਖੀਏ ਤਾਂ ਸਥਾਪਨਾ 1 ਜੁਲਾਈ 1949 ਨੂੰ ਹੋਈ ਸੀ। ਰਾਜਧਾਨੀ ਹੈਗੀ ਤ੍ਰਿਵੰਦਰਪੁਰਮ ਜੀ ਔਰ ਮੁੱਖ ਮੰਤਰੀ ਹੈਗੇ ਪਿਨਾਰਾਈ ਵਿਜयन ਸਾਹਿਬ। ਔਰ ਗਵਰਨਰ ਦੀ ਗੱਲ ਕਰੀਏ ਆਰਿਫ ਮੁਹੰਮਦ ਖਾਨ ਨੇ ਜੀ। ਵਿਧਾਨ ਸਭਾ ਸੀਟਾਂ ਨੇ 141, ਰਾਜ ਸਭਾ ਸੀਟਾਂ ਦੀ ਗੱਲ ਕਰੀਏ 9 ਨੇ ਅਤੇ ਲੋਕ ਸਭਾ 20 ਸੀਟਾਂ ਨੇ ਜੀ। ਖੇਤਰਫਲ ਪੱਖੋਂ ਹੈਗਾ ਜੀ 21ਵੇਂ ਨੰਬਰ ਦਾ ਔਰ ਜਨਸੰਖਿਆ ਪੱਖੋਂ ਹੈਗਾ 13ਵੇਂ ਨੰਬਰ ਦਾ ਸਟੇਟ। ਬਾਕੀ ਅਗਰ ਆਪਾਂ ਭਾਸ਼ਾ ਦੀ ਗੱਲ ਕਰੀਏ ਰਾਜ ਭਾਸ਼ਾ ਹੀ ਹੈ ਮਲਿਆਲਮ ਔਰ ਐਡੀਸ਼ਨਲ ਤੌਰ 'ਤੇ ਇੰਗਲਿਸ਼ ਭਾਸ਼ਾ ਵੀ ਸ਼ਾਮਿਲ ਹੈ ਜੀ। ਰਾਜ ਪਸ਼ੂ ਦੀ ਗੱਲ ਕਰੀਏ ਹਾਥੀ ਹੈਗਾ ਔਰ ਰਾਜ ਪੰਛੀ ਦੀ ਗੱਲ ਕਰੀਏ ਧਨੇਸ਼ ਜਿਹਨੂੰ ਕਿ ਆਪਾਂ ਗ੍ਰੇਟ ਹੌਰਨਬਿਲ ਵੀ ਕਹਿ ਦਿੰਦੇ ਹਾਂ। ਔਰ ਰਾਜ ਰੁੱਖ ਦੀ ਗੱਲ ਕਰੀਏ ਨਾਰੀਅਲ ਹੈ। ਰਾਜ ਫਲ ਦੀ ਗੱਲ ਕਰੀਏ ਕਨੀਕੋਨਾ ਔਰ ਰਾਜ ਫਲ ਹੈ ਜੀ ਇੱਥੇ ਕਲਹਟ ਦਾ ਫਲ। ਠੀਕ ਹੈ ਨਾ, ਤਾਂ ਇਹ ਕੁਝ ਬੇਸਿਕ ਜਿਹੇ ਫੈਕਟ ਨੇ, ਇਹ ਵੀ ਜ਼ਰੂਰ ਧਿਆਨ ਵਿੱਚ ਰੱਖਣੇ। ਸੋ ਹੁਣ ਗੱਲ ਕਰਦੇ ਹਾਂ ਜੀ ਆਪਣੇ ਅਭਿਆਸ ਕੁਐਸਚਨ ਬਾਰੇ। ਸੋ ਇਹਦਾ ਰਾਈਟ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈਗਾ। ਤੁਹਾਡੇ ਲਈ ਕੁਐਸਚਨ ਹੈ ਜੀ ਯੂਨੈਸਕੋ ਇਨਕਲੂਡਡ ਹਾਕਰ ਕਲਚਰ ਆਫ ਵਿਚ ਕੰਟਰੀ ਇਨ ਦੀ ਕਲਚਰਲ ਹੈਰੀਟੇਜ ਲਿਸਟ। ਯੂਨੈਸਕੋ ਨੇ ਕਿਸ ਦੇਸ਼ ਦੇ ਹਾਕਰ ਸੱਭਿਆਚਾਰ ਨੂੰ ਹੁਣ ਸੱਭਿਆਚਾਰਕ ਵਿਰਾਸਤ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਾ? ਤਾਂ ਮਾਲਦੀਵ ਨੂੰ, ਇੰਡੋਨੇਸ਼ੀਆ ਦੇ ਨੂੰ ਜਾਂ ਸਿੰਗਾਪੁਰ ਦੇ ਜਾਂ ਫਿਰ ਮਲੇਸ਼ੀਆ ਦੇ ਨੂੰ। ਰਾਈਟ ਆਨਸਰ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਣਾ। ਠੀਕ ਹੈ ਜੀ, ਸੋ ਆਈ ਹੋਪ ਗਾਈਸ ਤੁਹਾਨੂੰ ਕਲਾਸ ਵਧੀਆ ਲੱਗੀ ਹੋਈ ਜੀ। ਅਗਰ ਵਧੀਆ ਲੱਗੀ ਤਾਂ ਹੁਣੇ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਠੀਕ ਹੈ, ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।